शब्द बाणी टीवी सरब सांझीवालता दा प्रतीक। ਅੱਜ ਦੇ ਸਮੇਂ ਮੁਤਾਬਕ ਜੋ ਹੁਣ ਸਮਾਂ ਚੱਲ ਰਿਹਾ ਹੈ ਉਸ ਦੇ ਵਿੱਚ ਸਾਨੂੰ ਕੁਝ ਸਮਝਾਉਣਾ ਵੀ ਪਊਗਾ, ਦੱਸਣਾ ਵੀ ਪਊਗਾ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਮੁਤਾਬਕ ਜਿਹੜਾ ਚੱਲਣਾ ਵੀ ਪਊਗਾ। ਕਿਉਂਕਿ ਕਲਯੁਗ ਦਾ ਜਿਹੜਾ ਘੋਰ ਅੰਧਾਰ ਜਿਹੜਾ ਚੱਲ ਰਿਹਾ ਆ ਉਹਦੇ ਵਿੱਚ ਦੁਨੀਆ ਨੂੰ ਸਮਝਾਉਣਾ ਬਣਦਾ ਕਿ ਅੱਜ ਦੇ ਯੁੱਗ ਵਿੱਚ ਜਿੱਦਾਂ ਸਾਡੇ ਹਰਪਾਲ ਜੀ ਨੇ ਆਪਣੇ ਮਾਤਾ ਜੀ ਦੀ ਸੇਵਾ ਕੀਤੀ ਹੈ, ਬਹੁਤ ਸ਼ਲਾਘਾਯੋਗ ਕਦਮ ਆ ਉਹਨਾਂ ਦਾ। ਲੋਕਾਂ ਨੂੰ ਇੱਕ ਦਿੱਖ ਪ੍ਰਾਪਤ ਹੈ। ਕਈ ਵਾਰੀ ਫੋਨ ਤੇ ਅਸੀਂ ਗੱਲ ਕਰਨੀ, ਹਰਪਾਲ ਮੰਗਾ ਜੀ ਨੇ ਉਹਨੇ ਕਹਿਣਾ ਯਾਰ ਮਾਤਾ ਜੀ ਬਹੁਤ ਬਿਮਾਰ ਆ, ਮੈਨੂੰ ਬਹੁਤ ਜਲਦੀ ਆ, ਮੈਂ ਜਲਦੀ ਘਰ ਪਹੁੰਚਣ। ਇੱਦਾਂ ਦੇ ਪੁੱਤਰ ਹੋਣ, ਉਹਨਾਂ ਦੀ ਘਰਵਾਲੀ ਨੇ ਵੀ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਹੈ। ਇਸੇ ਤਰ੍ਹਾਂ ਹੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੀ ਨਵੀਂ ਜਨਰੇਸ਼ਨ ਨੂੰ, ਮਾਈਆਂ ਬੀਬੀਆਂ ਵੀ ਬੈਠੀਆਂ, ਬਜ਼ੁਰਗ ਨੌਜਵਾਨ ਵੀ ਬੈਠੇ ਆ, ਕਿ ਹੱਥ ਦੇ ਪ੍ਰਤੱਖ ਜੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਆਪਣੇ ਮਾਂ ਪਿਓ ਦੀ ਸੇਵਾ ਕਰੋਗੇ ਤਾਂ ਤੁਹਾਡੀ ਸੇਵਾ ਹੋਣੀ ਹੈ। ਨਹੀਂ ਤਾਂ ਵਰਨਾ ਤੁਸੀਂ ਬੜਾ ਸਮਾਂ ਮਿਲਦਾ ਘਰਾਂ ਵਿੱਚ ਜਾਣ ਨੂੰ। ਕਲੇਸ਼ ਕਿਉਂ ਕਿ ਕਿਸੇ ਦੀ ਅਸੀਂ ਜਿਹੜੀ ਆ ਗੱਲ ਸਹਿਣਯੋਗ ਜਿਹੜੀ ਆਪਣੇ ਹਿਰਦੇ ਤੇ ਨਹੀਂ ਕਰਦੇ। ਸਿਆਣਿਆਂ ਨੇ ਕਿਹਾ ਕਿ ਮਾਵਾਂ ਜਿਹੜੇ ਆ ਸਿਆਣੇ ਬੰਦੇ ਸਾਡੇ ਬਜ਼ੁਰਗ ਆ, ਕੋਈ ਵੀ ਸਾਨੂੰ ਗਲਤ ਰਸਤੇ ਨਹੀਂ ਪਾਉਂਦੇ, ਪਰ ਸਾਡੀ ਸੋਚ ਜੋ ਸਮੇਂ ਨੇ ਹਕੂਮਤਾਂ ਨੇ ਸਾਡੇ ਨਾਲ ਜੋ ਵਰਤਾਰਾ ਕੀਤਾ, ਅਸੀਂ ਆਪਣੇ ਘਰਾਂ ਨੂੰ ਵੀ ਭੁੱਲ ਗਏ। ਅਸੀਂ ਆਪਣੇ ਪਰਿਵਾਰ ਨੂੰ ਕਿੱਦਾਂ ਚਲਾਉਣਾ, ਸਭ ਤੋਂ ਵੱਡਾ ਰੋਲ ਇੱਕ ਮਾਂ ਦਾ। ਮਾਂ ਸਹੀ ਤਰੀਕਿਆਂ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੇ, ਉਹਨਾਂ ਨੂੰ ਟਾਈਮ ਦੇਵੇ, ਉਹਨਾਂ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣ, ਸਾਡੇ ਘਰਾਂ ਦੇ ਵਿੱਚ ਸੁਧਾਰ ਹੋ ਸਕਦਾ। ਇਹ ਇੱਕ ਮਾਂ ਦਾ ਸਭ ਤੋਂ ਵੱਡਾ ਰੋਲ ਆ। ਤੁਸੀਂ ਇੱਕ ਦੇਖਿਆ ਹਰਪਾਲ ਸਿੰਘ ਜੀ ਮੰਗਾ, ਇੱਕ ਪ੍ਰੈਸ ਰਿਪੋਰਟਰ ਵੀ ਇਲਾਕੇ ਦੇ ਵਿੱਚ ਨਾ ਆ, ਸਾਡੇ ਪਿੰਡ ਦੀ ਨੁਮਾਇੰਦਗੀ ਕੀਤੀ ਆ। ਕਿੱਥੋਂ ਕੀਤੀ ਆ? ਜੇ ਸਹਿਯੋਗ ਘਰ ਤੋਂ ਹੋਵੇ, ਸੱਜਣਾ ਮਿੱਤਰਾਂ ਦਾ ਸਹਿਯੋਗ ਤਾਂ ਹੀ ਮਿਲੇਗਾ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਚੰਗੀ ਸਿੱਖਿਆ ਦੇਵਾਂਗੇ। ਇਹਨਾਂ ਦੇ ਵਿੱਚ ਮਾਤਾ ਹਰਭਜਨ ਕੌਰ ਜੀ ਦਾ ਇਸ ਪਰਿਵਾਰ ਦੇ ਵਿੱਚ ਬਹੁਤ ਵੱਡਾ ਰੋਲ ਆ ਤੇ ਪਿੰਡ ਵਾਸਤੇ ਵੀ ਇੱਕ ਤੁਹਾਨੂੰ ਯਾਦ ਛੱਡ ਗਿਆ ਕਿ ਗਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਮੈਂ ਉਹਨਾਂ ਬੱਚਿਆਂ ਨੂੰ ਆਪਣੇ ਮਾਂ ਪਿਓ ਦੇ ਨਾਲ ਪਿਆਰ ਕਰੋ। ਜੇ ਤੁਸੀਂ ਅੱਜ ਆਪਣੇ ਮਾਂ ਪਿਓ ਦਾ ਜਿਹੜਾ ਤੁਸੀਂ ਸਤਿਕਾਰ ਨਹੀਂ ਕਰਦੇ, ਵੱਡੇ ਜਿਹੜੇ ਆ ਸਾਡੇ ਬਜ਼ੁਰਗਾਂ ਵਾਸਤੇ ਜਿਹੜੇ ਆਸ਼ਰਮ ਬਣ ਗਏ ਆ, ਇਹ ਨਾ ਕਹੋ ਗਾਂ ਤੁਹਾਡੇ ਵਾਸਤੇ ਵੀ ਉਦਾਂ ਦੀ ਸਟੇਜ ਹੋਊਗੀ। ਜਿੱਦਾਂ ਦਾ ਤੁਸੀਂ ਟੋਆ ਪੁੱਟਣਾ ਆ ਉਦਾਂ ਦੇ ਗਾਂ ਪੁੱਟ ਹੋਈ ਜਾਣੇ ਆ, ਜਿੱਦਾਂ ਦਾ ਤੁਸੀਂ ਪਿਆਰ ਕਰਨਾ ਤੁਹਾਡੇ ਨਾਲ ਉਦਾਂ ਦਾ ਪਿਆਰ ਬਣ ਜਾਣਾ। ਇਸ ਹਰਪਾਲ ਭਾਜੀ ਦਾ ਮੈਂ ਦਿਲੋਂ ਜਿਹੜਾ ਆ ਇਹਨਾਂ ਦੇ ਨਾਲ ਜਿਹੜੇ ਆ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ ਮਾਵਾਂ ਦਾ ਜਿਹੜਾ ਆ ਆਸਰਾ ਇੱਕ ਘਰ ਦਾ ਤਾਲਾ ਹੁੰਦੇ ਆ, ਕਿ ਬਹੁਤ ਵੱਡਾ ਜਿਹੜਾ ਆ ਅਸਹਿ ਸਨਮਾਨ। ਮਾਤਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਜੜਾ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਕਿ ਮਾਤਾ ਜੀ ਨੂੰ ਜਿਹੜੇ ਕਵਾ ਗਾਉਣ ਦੇ ਚੱਕਰਾਂ ਤੋਂ ਬਚਾ ਕੇ ਰੱਖਣ। ਇਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਡੀ ਬੇਨਤੀ ਆ। ਸਾਡੀ ਕਮੇਟੀ ਵੱਲੋਂ, ਸਾਡੇ ਪਰਿਵਾਰ ਵੱਲੋਂ ਬਹੁਤ ਭਾਜੀ ਦੇ ਨਾਲ ਜਿਹੜਾ ਦਿਲੋਂ ਦੁੱਖ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਚਕਾਰ ਸੀਨੀਅਰ ਪੱਤਰਕਾਰ ਐਸ.ਆਈ. ਡੋਗਰਾ ਜੀ, ਹਰਪਾਲ ਪੱਟੀ ਜੀ, ਪੱਤਰਕਾਰ ਜਤਿੰਦਰ ਸ਼ਰਮਾ, ਗੜ੍ਹਦੀਵਾਲਾ ਦੇ ਸਾਰੇ ਪੱਤਰਕਾਰ ਨੇ, ਭਾਈ ਸਰਤਾਜ ਸਿੰਘ ਕਥਾਵਾਚਕ ਜੀ ਇਹ ਵੀ ਪਹੁੰਚੇ ਨੇ, ਧੰਨਵਾਦ ਇਹਨਾਂ ਦਾ। ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਣ ਕਰਕੇ ਮੌਜੂਦਾ ਇਸ ਇਲਾਕੇ ਦੇ ਐਮਐਲਏ ਜਸਬੀਰ ਸਿੰਘ ਰਾਜਾ ਜੀ ਨਹੀਂ ਪਹੁੰਚ ਸਕੇ। ਉਹਨਾਂ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਜੀ ਆਏ ਨੇ, ਉਹਨਾਂ ਦਾ ਬਹੁਤ ਧੰਨਵਾਦ। ਉਹਨਾਂ ਬੇਨਤੀ ਕਰਦਾ ਮੈਨੇਜਰ ਫਕੀਰ ਸਿੰਘ ਸੋਤਾ ਜੀ ਨੂੰ ਉਹ 2 ਮਿੰਟ ਲਈ ਆ ਕੇ ਸੰਗਤ ਦੇ ਰੂਪ ਵਿੱਚ ਹੋਣਗੇ। ਮੈਨੇਜਰ ਫਕੀਰ ਸਿੰਘ ਸੋਤਾ।
जुगो जुग अटल धन धन साहिब श्री गुरु ग्रंथ साहब जी की पवित्र गोद विच जुड़ी बैठी दरागमई साध संगत जी, वाहिगुरू जी का खालसा वाहिगुरू जी की फतेह। साध संगत जी, अज असीं सारे साडे बहुत ही सत्कारयोग माता हरभजन कौर जी, जो इस पंचभूतक शरीर करके जिहा चीरी लिखिया तिहा हुक्म कमाए कले आवे नानका सदे उठी जाए दे महाभाग अनुसार अज तो कुछ दिन पहला सानू विछोड़ा दे गए ने। असीं सारे उन्हां दी अंतिम याद विच जुड़े हुए। साध संगत जी, जो भी प्राणी इस संसार दे विच जन्म लैंदा एक ना एक दिन उसने इत्थों जाना हुंदा ते प्राणी पिछे जो अपनी विरासत छड्ड के जांदा है उस करके पिछे जाना ते अज दा ये जो बड़ा इकट्ठ जिस दे विच साडा इलाका ही नहीं समाज दे और बॉक्स ऑफ लाइफ जिहदे विच हर पोलीटिकल सोच का बंदा, हर सोशल ऑर्गेनाइजेशन का बंदा इस इकट्ठ दे विच माता नूं श्रद्धा दी फुल भेंट कर लई इकत्तर आ। उसे तो पता लग जाता है कि माता ने सरदार हरपाल सिंह मांगा वर्गा एक वो फरजंद नूं जन्म दिता है जिसने एक सधारण घर दे विच पैदा होके समाज दे विच एक बड़ी अपनी जगह बनाई ते इहदे पिछे जिहड़ा सारा कारण वो माता जी की चंगी सोच, माता जी के चंगे संस्कार, माता जी की चंगी प्रेरणा सदका साडा वीर हरपाल सिंह अज समाज के लोगों का एक जाणिया पछाणिया नाम ते आम घर च पैदा होके ये जिहड़ी उपलब्धि आ बहुत बड़ी उपलब्धि होती है। ते जिस तरह मेरे तो पहला भी सारे बुलारिया ने दसिया ही आ कि मां ही इंसान को यह संस्कार दिंदी आ ते वो परिवार भी वही तरक्की करते हैं जिथे मां का सत्कार होता। मैं अपनी एक छोटी जी उदाहरण दिना हाँ। असीं खालसा स्कूल गाड़ी वाला मैं पढ़िया करता सीगा ते ज्ञानी मनी सिंह जिन्होंने अज भी मैं पूछदा, साडे बहुत वधिया टीचर से जड़े टीचर जे किते मैनूं जिंदगी च मौका मिलिया मैं कुछ टीचरां दा जिहड़ा उन्हां बारे किताब लिखनी चाहुंदा हाँ। ते ज्ञानी मनी सिंह सानू 8वीं च पढ़ा रहे सी तो उन्हीं बच्चों को कहा भई कल तो सारे जिहड़े विद्यार्थी आ वो अपने मावां नूं जरूर मत्था टेके। अगले दिन जदों पीरियड लाउण लगे तो उन्होंने पूछा, सारे तुहानूं पता उस उम्र च झूठ ही बोल दिंदे, तो मैं झूठ पहला तो बहुत घट कदी जिंदगी च बोलिया तो मैं उन्होंने कहा भी नहीं जी मैं क्लास तो हमेशा टॉप करता हुंदा सी ते ज्ञानी जी मैनूं प्यार भी बहुत ज़्यादा अपने बच्चों नालों ज़्यादा करते थे तो जिसले मैं कभी किसी टीचर तो नहीं पूरी हौली गली मेरे छपाती मार के कहते तू जे अज आ जिहड़ा पढ़न नूं हुशियार आ होर भी सारियां गल्लां आ ये किहदी बदौलत वा जिस मां ने तेनों अपने आप की कुर्बानी करके इस संसार च पैदा किया आ जे तू उहनूं नहीं मत्था टेकेगा तो तेरी ढोई कित्थे वो जिंदगी जी गल आ मैं अपने लाड़ बन ले। इस करके मां का जिहड़ा योग आ तुहानूं प्रेरणा आ मां का जिहड़ा स्थान आ दुनिया सब तो बड़ा है। दुनिया का महान बादशाह जिसनूं संसार का सब तो बड़ा हिस्टोरियन H.G. वेल्स दुनिया के जिहड़े टॉप के 10 किंग आ उन्हां दे विच स्थान दिंदा आ। वो अकबर महान की माता हमीदा बानो जदों इस संसार तो चली गई, अकबर जिहड़ा संसार का उस वेले सब तो बड़ा शायद किंग सीगा, उहदा एरिया सब तो बड़ा सी अफगानिस्तान तो लैके तमिलनाडु तक ईस्ट दे विच भी बहुत दूर तक वो रोणों ना चुप करे। उस दे दरबारियां दे विच बीरबल वर्गा, खान खान अब्दुल रहीम खान खाने वर्गा ते जिहड़ा होर भी इन्ने उहदे विच विद्वान सज्जन सी नौ रत्नां च वो कहते बादशाह सलामत तुहाडे कोल दुनिया की इस तरह हर एक चीज़ आ, कोई तुहाडी हुकूमत एडी वड्डी आ कि तुहाडे कोई खंघ नहीं सकता
ਤੇ ਤੁਸੀਂ ਕਿਉਂ ਇੰਨਾ ਬਰਾਗ ਕਰਦੇ ਆ? ਤੁਸੀਂ ਜੇ ਇੰਨਾ ਬਰਾਗ ਕਰੋਗੇ ਤੁਹਾਨੂੰ ਕੁਝ ਹੋ ਜਾਊਗਾ, ਤੁਹਾਡੀ ਸਿਹਤ ਮਾੜੀ ਹੋ ਜਾਊਗੀ। ਉਹ ਕਹਿੰਦੇ ਭਈ ਅੱਜ ਜਿਹੜੇ ਮੇਰੇ ਕੋਲ ਬੜੇ ਵੱਡੇ ਖਜ਼ਾਨੇ ਆ, ਸਭ ਕੁਝ ਹੈਗਾ, ਪਰ ਜਿਹੜਾ ਖਜ਼ਾਨਾ ਅੱਜ ਮੈਂ ਗਵਾਇਆ ਆ ਇਹ ਦੁਨੀਆ 'ਚ ਕਿਤੇ ਮਿਲ ਹੀ ਨਹੀਂ ਸਕਦਾ, ਇਹਦੀ ਕਦੀ ਕੋਈ ਭਰਪਾਈ ਨਹੀਂ ਹੋ ਸਕਦੀ। ਅੱਜ ਮੇਰੀ ਉਹ ਮਾਂ ਜਿਹੜੀ ਜੇ ਕਿਤੇ ਮੈਂ ਕੋਈ ਕੁਤਾਹੀ ਕਰਾਂ, ਕਿਤੇ ਲੇਟ ਹੋ ਜਾਵਾਂ, ਜਿਹੜੀ ਮੈਨੂੰ ਕੰਨੋਂ ਪਕੜ ਕੇ ਇਹ ਕਹਿ ਸਕਦੀ ਹੈ ਤੂੰ ਇੱਥੇ ਗਲਤੀ ਕੀਤੀ ਆ, ਅੱਜ ਤੁਹਾਡੇ ਵਿੱਚੋਂ ਕੌਣ ਆ ਜਿਹੜਾ ਮੈਨੂੰ ਇਹ ਕਹਿ ਸਕੇ? ਇਸ ਕਰਕੇ ਇਨਸਾਨ ਜਦੋਂ ਮਾਂ ਉਹਦੀ ਲੋਸਟ ਹੋ ਜਾਂਦੀ ਆ, ਮਾਂ ਚਲੀ ਜਾਂਦੀ ਹੈ ਸੰਸਾਰ ਤੋਂ, ਉਹ ਜਿਹੜਾ ਖਜ਼ਾਨਾ ਉਹਦੀ ਭਰਪਾਈ ਆ ਕਦੀ ਨਹੀਂ ਹੋ ਸਕਦੀ। ਤੇ ਇਨਸਾਨ ਦੁਨੀਆ ਦੇ ਸਾਰੇ ਕਰਜ਼ੇ ਮੁਕਾ ਸਕਦਾ, ਇੱਕ ਮਾਂ ਹੀ ਅਜਿਹਾ ਸ਼ਬਦ ਆ ਜਿਸ ਦਾ ਅਸੀਂ ਕਰਜ਼ਾ ਕਦੀ ਵੀ ਨਹੀਂ ਜ਼ਿੰਦਗੀ 'ਚ ਲਾ ਸਕਦੇ। ਸੋ ਅੱਜ ਸਾਡੇ ਵੀਰ ਹਰਪਾਲ ਸਿੰਘ ਹੋਰਾਂ ਦੀ ਉਹ ਪੂਜਨੀਕ ਮਾਤਾ ਜਿਸ ਨੇ ਇੱਕ ਸਾਡੇ ਸਮਾਜ ਨੂੰ ਬਹੁਤ ਜਿਹੜਾ ਅਣਮੁੱਲਾ ਹੀਰਾ ਦਿੱਤਾ ਆ, ਉਸ ਦੀ ਮਾਤਾ ਜਿਹੜੀ ਉਹਦੀ ਪ੍ਰੇਰਨਾ ਸਰੋਤ ਸੀ, ਉਹ ਅੱਜ ਸਜੀਵੀ ਤੌਰ ਤੇ ਛੱਡ ਕੇ ਚਲੇ ਗਏ ਆ। ਤੇ ਇਹ ਘਾਟਾ ਬਹੁਤ ਦੇਰ ਤੱਕ ਪੂਰਾ ਨਹੀਂ ਹੋ ਸਕਦਾ, ਪਰ ਮੈਨੂੰ ਪਤਾ ਹੈ ਹਰਪਾਲ ਸਿੰਘ ਉਹਨਾਂ ਨਾਲ ਸਾਡਾ ਬਹੁਤ ਹੀ ਪਰਿਵਾਰਕ ਰਿਸ਼ਤਾ ਹੈ। ਇਹ ਲੰਮਾ ਸਮਾਂ ਇਹਨਾਂ ਨੇ ਮਾਤਾ ਦੀ ਬਹੁਤ ਸੇਵਾ ਕੀਤੀ, ਉਹ ਕਾਫੀ ਦੇਰ ਬੈੱਡ ਤੇ ਰਹੇ ਪਰ ਬਹੁਤ ਲਾਸਾਨੀ ਸੇਵਾ ਕੀਤੀ ਆ। ਇਸ ਕਰਕੇ ਇਹਨਾਂ ਨੂੰ ਇਹਦਾ ਫਰਜ਼ ਜਿਹੜਾ ਹੈ ਉਹ ਸਿਰਾ ਜ਼ਰੂਰ ਮਿਲਣਾ, ਇਹਨਾਂ ਨੂੰ ਇਹਦਾ ਫਲ ਜ਼ਰੂਰ ਮਿਲਣਾ ਹੈ। ਤੇ ਮੈਂ ਪਰਿਵਾਰ ਨੂੰ ਜਿੱਥੇ ਇੰਨਾ ਵੱਡਾ ਇੱਕ ਘਾਟਾ ਪਿਆ ਤੇ ਇਸ ਦੀ ਤਾਂ ਭਰਪਾਈ ਨਹੀਂ ਹੋ ਸਕਦੀ, ਪਰ ਅਸੀਂ ਸਾਰੇ ਗੁਰੂ ਚਰਨਾਂ ਦੇ ਵਿੱਚ ਜਿਹੜਾ ਦੁਆਈ ਕਰ ਸਕਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜਿਸ ਦੀ ਪਰਖਾਏ ਸੰਸਾਰ ਦਾ ਸਭ ਤੋਂ ਮਹਾਨ ਫਿਲਾਸਫਰ, ਨੋਬਲ ਪ੍ਰਾਈਜ਼ ਵਿਨਰ ਡਾਕਟਰ ਜਿਹੜਾ ਹੈ ਆਪਣਾ, ਉਹ ਇਹ ਗੱਲ ਲਿਖਦਾ ਆ ਕਿ ਖੁਦਾ ਨਾ ਖਾਸਤਾ ਦੁਨੀਆ ਦੇ ਵਿੱਚ ਪਰਮਾਣੂ ਜੰਗ ਹੋਈ, ਉਸ ਦੇ ਸਿੱਟੇ ਵਜੋਂ ਜਿਹੜੇ ਚੰਦ ਖੁਸ਼ਕਿਸਮਤ ਲੋਕ ਬਚ ਰਹਿਣਗੇ, ਉਹਨਾਂ ਲਈ ਧਰਵਾਸ ਦਾ ਸੋਮਾ ਇੱਕੋ ਇੱਕ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੋਵੇਗਾ। ਸੋ ਅਸੀਂ ਗੁਰੂ ਚਰਨਾਂ ਦੇ ਵਿੱਚ ਹੀ ਇਹ ਦੁਆ ਕਰਦੇ ਹਾਂ ਕਿ ਉਹ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਪਿੱਛੇ ਪਰਿਵਾਰ, ਸੱਜਣਾ, ਮਿੱਤਰਾਂ, ਸਨੇਹੀਆਂ ਇਹ ਜੋ ਅਸਹਿ ਤੇ ਕਹਿ ਸਦਮਾ ਪਹੁੰਚਾ, ਇਸ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਚਕਾਰ ਪਰਮੇਸ਼ਰ ਸਿੰਘ ਹੱਕ ਪੱਤਰਕਾਰ ਹਰਿਆਣਾ, ਅੰਮ੍ਰਿਤਪਾਲ ਸਿੰਘ ਟਾਂਡਾ, ਮਨਿੰਦਰ ਸ਼ਰਮਾ ਪ੍ਰਧਾਨ ਗੜ੍ਹਦੀਵਾਲਾ ਪ੍ਰੈਸ ਕਲੱਬ, ਸੁਰਿੰਦਰ ਸਿੰਘ ਪਟਲਾ, ਦੀਪਕ ਜੈਨ ਤੇ ਸਾਡੇ ਸਮੂਹ ਪੱਤਰਕਾਰ ਗੜ੍ਹਦੀਵਾਲਾ, ਲਖਵਿੰਦਰ ਸਿੰਘ ਡੱਫਰ, ਮਨਪ੍ਰੀਤ ਰੰਧਾਵਾ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਮੈਂ ਹੁਣ ਬੇਨਤੀ ਕਰਦਾ ਹਾਂ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੁਆਬਾ ਸੰਘਰਸ਼ ਕਮੇਟੀ ਪੰਜਾਬ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਜੰਗਵੀਰ ਸਿੰਘ ਚੌਹਾਨ ਜੀ। ਜੁਗੋ ਜੁਗੋ ਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਚ ਬੈਠੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਮਾਤਾ ਹਰਭਜਨ ਕੌਰ ਜੀ ਜਿੱਥੇ ਕਿ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਉੱਥੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਾਰੇ ਹੀ ਬੁਲਾਰਿਆਂ ਨੇ ਮਾਂ ਬਾਰੇ ਦੱਸਿਆ, ਕਿਉਂਕਿ ਸਾਡੇ ਕੋਲ ਸ਼ਬਦ ਹੀ ਹੈ ਨਹੀਂ ਜਿਹਦੇ ਨਾਲ ਮਾਂ ਨੂੰ ਅਸੀਂ ਸਲਾਮ ਕਰ ਸਕਦੇ ਹਾਂ, ਸ਼ਹਾਦਤ ਦੇ ਫੁੱਲ ਭੇਟ ਕਰ ਸਕਦੇ ਹਾਂ। ਇੱਕ ਕਵੀ ਨੇ ਵੀ ਬਹੁਤ ਖੂਬਸੂਰਤ ਲਾਈਨਾਂ ਲਿਖੀਆਂ ਔਰ ਉਹਦੇ ਵਿੱਚ ਮਾਂ ਦਾ ਜ਼ਿਕਰ ਕੀਤਾ। ਮਾਂ ਜਿਹਾ ਘਣਸ਼ਾਮਾ ਬੂਟਾ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਹ ਉਧਾਰੀ ਰੱਬ ਨੇ ਸਵਰਗ ਬਣਾਇਆ। ਔਰ ਦੇਖੋ ਰੱਬ ਨੇ ਵੀ ਸ਼ਾਹ ਉਧਾਰੀ ਲੈ ਕੇ ਉੱਥੋਂ ਸਵਰਗ ਬਣਾਏ ਹੈ, ਤੇ ਰੱਬ ਤੇ ਸਾਡੇ ਘਰ ਦੇ ਵਿੱਚ ਹੀ ਹੈ। ਤੇ ਮੈਂ ਸਮਝਦਾ ਬੇਸ਼ੱਕ ਲੰਬੀ ਬਿਮਾਰੀ ਬਾਅਦ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗਏ ਮਾਤਾ ਜੀ, ਪਰ ਉਹਨਾਂ ਦੀ ਸੇਵਾ ਦੇ ਵਿੱਚ, ਸਾਂਭ ਸੰਭਾਲ ਦੇ ਵਿੱਚ ਕੋਈ ਘਾਟ ਨਹੀਂ ਰਹੀ। ਮੇਰੇ ਵੀਰ ਹਰਪਾਲ ਸਿੰਘ ਜੀ ਮੰਗਾ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਤਨੋਂ ਮਨੋਂ ਦਿਲੋਂ ਸੇਵਾ ਕੀਤੀ ਹੈ। ਔਰ ਮੈਨੂੰ ਦੱਸਦੇ ਸੀ ਮੰਗਾ ਸਾਹਿਬ ਕਿ ਜਦੋਂ ਅਖੀਰਲਾ ਸਮਾਂ ਆਇਆ ਤੇ ਬੈੱਡ ਸੋਲ ਹੋ ਗਿਆ ਸੀ ਔਰ ਬਹੁਤ ਔਖੇ ਸੀ।
ਤੇ ਪਰਿਵਾਰ ਨੇ ਫਿਰ ਵੀ ਦੇਖੋ ਮੂੰਹ ਨਹੀਂ ਮੋੜਿਆ। ਇੱਕ ਮੈਂ ਕਹਿੰਦਾ ਮਾਂ ਦਾ ਕਰਜ਼ਾ ਤਾਂ ਆਪਾਂ ਨਹੀਂ ਲਾ ਸਕਦੇ, ਕਿਉਂਕਿ ਮਾਂ ਜਦੋਂ ਜਨਮ ਦਿੰਦੀ ਹੈ ਸਾਨੂੰ ਆਪ ਗਿੱਲੀ ਜਗ੍ਹਾ ਤੇ ਸੌਂਦੀ ਹੈ ਤੇ ਸਾਨੂੰ ਸੁੱਕੀ ਜਗ੍ਹਾ ਤੇ ਸਰਾਉਂਦੀ ਹੈ। ਕਰਜ਼ਾ ਤਾਂ ਨਹੀਂ ਦੇ ਸਕਦੇ, ਪਰ ਸੇਵਾ ਮਾਂ-ਬਾਪ ਦੀ ਜ਼ਰੂਰ ਕਰਨੀ ਚਾਹੀਦੀ ਹੈ। ਬੜਾ ਸਮਾਜ ਸੇਵੀ ਪਰਿਵਾਰ ਹੈ ਇਹ ਹਰਪਾਲ ਸਿੰਘ ਜੀ ਮਾਂਗਾ, ਜਿੱਥੇ ਕਿ ਇਹਨਾਂ ਨੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਾਡਾ ਸਾਰਾ ਪੱਤਰਕਾਰ ਭਾਈਚਾਰਾ ਕਾਂਡੇ ਤੋਂ ਗਾਂਧੀਵਾਲਾ ਤੋਂ ਹਰਿਆਣੇ ਤੋਂ ਆਇਆ, ਇਹਨਾਂ ਦਾ ਅਹਿਮ ਰੋਲ ਰਿਹਾ ਹੈ, ਬੜੀ ਸਮਾਜ ਸੇਵਾ ਕਰਦੇ ਹੈ। ਔਰ ਹਰਪਾਲ ਸਿੰਘ ਮਾਂਗਾ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਆਪਣਾ ਨਾਮ ਬਣਾਇਆ ਔਰ ਸਮਾਜ ਸੇਵਾ ਕਰਕੇ ਹਰੇਕ ਦੇ ਨਾਲ ਤੁਰ ਕੇ ਹਰੇਕ ਦੀ ਗੱਲਬਾਤ ਸੁਣ ਕੇ ਔਰ ਅਗਾਂਹ ਵਧੂ ਕਦਮ ਚੱਕ ਕੇ ਅੱਜ ਤੁਸੀਂ ਉਸ ਦਾ ਪ੍ਰਮਾਣ ਦੇਖ ਸਕਦੇ ਹੋ। ਵੱਖ-ਵੱਖ ਇਲਾਕਿਆਂ ਤੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਰੇ ਪਹੁੰਚੇ ਹੈ। ਔਰ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਕਿ ਆਪਣੇ ਘਰ ਦੇ ਰੱਬ ਨੂੰ ਪਹਿਲਾਂ ਪੂਜੀਏ ਔਰ ਫਿਰ ਅਸੀਂ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਦੇ ਵਿੱਚ ਡੇਰਿਆਂ ਦੇ ਵਿੱਚ ਜਾਂਦੇ ਆਪਾਂ ਨਤਮਸਤਕ ਹੋਣਾ ਹੈ ਤੇ ਗੁਰਦੁਆਰੇ ਸਾਹਿਬ ਆ ਕੇ ਹੋਈਏ। ਮੰਦਰਾਂ ਦੇ ਵਿੱਚ ਡੇਰਿਆਂ ਤੋਂ ਥੋੜਾ ਜਿਹਾ ਗਰੇਜ ਕਰੀਏ, ਕਿਉਂਕਿ ਘਰ ਦੇ ਵਿੱਚ ਸੇਵਾ ਕਰੀਏ ਹੀ ਸਾਨੂੰ ਘਰੇ ਰੱਬ ਹੈ। ਔਰ ਮੈਂ ਤਾਂ ਕਈ ਵਾਰ ਦੇਖਿਆ ਬੱਚੇ ਬਾਹਰ ਸ਼ਬੀਲਾਂ ਲਾਉਣ ਦੌੜ ਜਾਂਦੇ ਆ ਔਰ ਘਰ ਮਾਂ-ਬਾਪ ਅੰਦਰ ਪਾਣੀ ਨੂੰ ਪਿਆਸੇ ਪਾਣੀ ਮੰਗਦੇ ਫਿਰਦੇ ਹੁੰਦੇ ਆ। ਕਾਹਦੀ ਲੋਕ ਸੇਵਾ ਆ। ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਆਪਣੇ ਘਰ ਵਾਲੇ ਰੱਬ ਨੂੰ, ਮਾਤਾ ਪਿਤਾ ਨੂੰ ਪੂਜੀਏ, ਕਿਉਂਕਿ ਬਿਰਧ ਆਸ਼ਰਮ ਹੁਣ ਤੁਹਾਨੂੰ ਪਤਾ ਤੁਹਾਡੇ ਇਲਾਕੇ ਦੇ ਵਿੱਚ ਮਨਜੋਤ ਸਿੰਘ ਜੀ ਤਲਵੰਡੀ ਜਿਨ੍ਹਾਂ ਨੇ ਬਣਾਇਆ ਹੋਇਆ। ਕਿਉਂ ਲੋੜ ਪੈ ਗਈ? ਕਿਉਂਕਿ ਅਸੀਂ ਆਪਣੇ ਮਾਂ-ਬਾਪ ਨੂੰ ਧੱਕਾ ਦੇਣ ਲੱਗ ਪਏ ਔਰ ਇਹ ਆਪਾਂ ਫੋਰਨ ਦੇ ਵਿੱਚ ਸੁਣਿਆ ਕਰਦੇ ਸੀ ਕਿ ਬਿਰਧ ਆਸ਼ਰਮ ਬਣੇ ਹੋਏ ਆ, ਪਰ ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਬਿਰਧ ਆਸ਼ਰਮ ਬਣਨੇ ਸ਼ੁਰੂ ਹੋ ਗਏ ਆ। ਤੇ ਧੰਨ ਹੈ ਉਹ ਮਨਜੋਤ ਸਿੰਘ ਤਲਵੰਡੀ ਜਿਹੜੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੁਨੀਆ ਦਾ ਦਰਦ ਸਮਝਦੇ ਆ, ਉਹਨਾਂ ਦੀ ਸੇਵਾ ਕਰਦੇ ਆ। ਉਹਨਾਂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਸਾਨੂੰ ਕਿ ਆਪਾਂ ਆਪੋ ਆਪਣੇ ਘਰ ਨੂੰ, ਆਪੋ ਆਪਣੇ ਰੱਬ ਨੂੰ ਸੰਭਾਲੀਏ ਤੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਇਹਨਾਂ ਨੂੰ ਪੂਜੀਏ ਤੇ ਆਪਣੇ ਚੰਗੇ ਕੰਮਾਂ ਵੱਲ ਤੁਰੀਏ, ਚੰਗੇ ਕੰਮ, ਸਮਾਜ ਸੇਵੀ ਕੰਮ ਕਰੀਏ। ਔਰ ਮੈਂ ਆਪਣੀ ਦੁਆਬਾ ਕਿਸਾਨ ਕਮੇਟੀ ਪੰਜਾਬ ਆਪਣੇ ਪਰਿਵਾਰ ਵੱਲੋਂ, ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਬੇਨਤੀਆਂ ਕਰਦਾ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਈ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਟੇਲ, ਦੇਰ ਸੱਜਣਾ ਸਿਸਿਆਂ ਜਿਉ ਹੋਵੇ ਸਾਹਿਬ ਸਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਲਈ ਮੈਂ ਬੇਨਤੀ ਕਰਦਾ ਮਾਸਟਰ ਜਸਪਾਲ ਸਿੰਘ ਗੜਦੀਵਾਲਾ ਜੀ ਨੂੰ, ਆਮ ਆਦਮੀ ਪਾਰਟੀ ਵੱਲੋਂ 2 ਮਿੰਟ ਲਿਆਉਣਗੇ ਮਾਸਟਰ ਜਸਪਾਲ ਸਿੰਘ। बहुत ही सत्कारयोग माता हरभजन कौर जी की अंतिम अरदास में श्री गुरु ग्रंथ साहब जी की हजूरी में जुड़ बैठी गुरु रूप साध संगत जी, वाहिगुरु जी का खालसा, वाहिगुरु जी की फतेह। आप रोज सुखमनी साहब जी के पाठ पढ़ते हैं, कितनी प्यारी एक 5 लाइना गुरु साहब जी ने बख्शिश की कि जिन तू साज सवार शंगारिया गर्भ अगन में जिन उबारिया। तोता रटन ਅਸੀਂ ਸਾਰੇ ਨੇ ਲਈ हुआ, परंतु उसने एक एक अखर ਦੇ ਵਿੱਚ ਕਿੱਡੀ ਕਿੱਡੀ ਮਹਾਨਤਾ ਗੁਰੂ ਸਾਹਿਬ ਬਖਸ਼ਿਸ਼ ਕਰ ਗਏ। ਜੇ ਉਹਦੇ ਵਿਚਾਰੀਏ ਨਾ ਸਾਨੂੰ ਬਹੁਤ ਸਿੱਖਿਆ ਮਿਲ ਸਕਦੀ ਹੈ। ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ गर्भ अगन में जिन उबारिया बार विवस्था तुझे प्यारे दूध। जो तू बच्चा सी तू रोटी नहीं सी खा सकता, दाने नहीं सके, तेरे निर्वाह नहीं तेनू दुध मिलिया। बार विवस्था तुझे प्यारे दूध, भार जोबन भोजन सुख सूद तेन सियाणप दिती। ਸਾਡੇ ਪਿਤਾ ਜਗਤਾਰ ਸਿੰਘ ਬਰਾੜਾ, ਜਿਹਨੂੰ ਬਰਾੜਾ ਕਹਿੰਦੇ ਆ, ਮਨਜੀਤ ਸਿੰਘ ਰੋਗੀ, ਜਸਵੀਰ ਉਠਾਰੂ ਜੀ, ਸੁਖਵਿੰਦਰ ਸਿੰਘ CID ਇੰਚਾਰਜ ਗੜਦੀਵਾਲਾ, ਜਸਵਿੰਦਰ ਸਿੰਘ ਖਾਲਸਾ ਕਾਲਜ ਗੜਦੀਵਾਲਾ ਇੱਥੇ ਪਹੁੰਚੇ ਨੇ। ਧੰਨਵਾਦ। ਮੈਂ 2 ਮਿੰਟ ਲਈ ਬੇਨਤੀ ਕਰਾਂਗਾ
ਬਹੁਤ ਹੀ ਸੀਨੀਅਰ ਪੱਤਰਕਾਰ ਜਿਹੜੇ ਸਾਡੇ ਅਧਿਆਪਕ ਵੀ ਰਹੇ ਨੇ, ਸਰਦਾਰ ਮਾਸਟਰ ਸੁਖਦੇਵ ਸਿੰਘ ਡੋਗਰਾ ਜੀ ਗੜ੍ਹਦੀਵਾਲਾ ਤੋਂ 2 ਮਿੰਟ ਲਈ ਸਾਰੇ ਪੱਤਰਕਾਰਾਂ ਵੱਲੋਂ ਉਹਨਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਸੁਖਦੇਵ ਸਿੰਘ ਡੋਗਰਾ ਜੀ ਸਾਰੇ ਘਰ ਆਵੇ, ਸਾਰੇ SS ਡੋਗਰਾ ਜੀ। ਸੰਤਾਂ ਅੱਜ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਾਰੀ ਸੰਗਤ ਹਰਪਾਲ ਸਿੰਘ ਜੀ ਦੀ ਮਾਤਾ ਹਰਵਿੰਦਰ ਕੌਰ ਜੀ ਨੂੰ ਸ਼ਰਧਾ ਤੇ ਸੁਣੋ ਭੇਟ ਕਰਨ ਬੈਠੇ ਹਾਂ। ਮੈਂ ਆਪਣੇ ਮੂੰਹ ਤਾਂ ਨਹੀਂ ਕਹਿਣਾ ਚਾਹੁੰਦਾ, ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨਹੀਂ, ਪੰਜਾਬ ਦੇ ਸਾਰਿਆਂ ਪੁਰਾਣੇ ਪੱਤਰਕਾਰਾਂ ਵੱਲੋਂ ਮੈਂ ਮਾਤਾ ਜੀ ਨੂੰ ਸ਼ਰਧਾ ਤੇ ਸਮਾਨ ਭੇਂਟ ਕਰਦਾ ਔਰ ਪੰਜਾਬ ਦੀ ਅੰਬੇਦਕਰ ਪ੍ਰੈਸ ਕਲੱਬ ਵੱਲੋਂ ਵੀ ਮਾਤਾ ਜੀ ਨੂੰ ਸ਼ਰਧਾ ਤੇ ਸਮਾਨ ਭੇਂਟ ਕਰਦਾ। ਇੱਕ ਕਹਾਵਤ ਹੈ, ਇੱਕ ਕਹਿਣਾ, ਇਹ ਗੁੱਡ ਮਦਰ ਇਜ਼ ਏ ਗੁੱਡ ਟੀਚਰ, ਮਾਤਾ ਨਾਲੋਂ ਕੋਈ ਵੱਡਾ ਗੁਰੂ ਨਹੀਂ। ਮੈਨੂੰ ਵੀ 30 ਸਾਲ ਹੋ ਗਏ, ਉਦਾਂ ਤਾਂ ਜ਼ਿਆਦਾ ਹੋ ਗਏ ਸਾਲ, ਮੈਨੂੰ 30 ਸਾਲ ਹੋ ਗਏ ਮੈਨੂੰ ਹਰਪਾਲ ਸਿੰਘ ਉਹਨਾਂ ਨਾਲ ਮੁਲਾਕਾਤ ਹੋਈ ਹੈ। ਇਹਨਾਂ ਨੂੰ ਸੰਸਕਾਰ ਦਿੱਤੇ ਪੱਤਰਕਾਰਾਂ ਦੀ ਮੈਂ ਦੇਖੀ ਪੰਜਾਬ ਲੈਵਲ 'ਤੇ ਲਾਲਚ ਹੁੰਦਾ ਬੜਾ, ਇਹਨਾਂ ਨੂੰ ਕਿਸੇ ਕਿਸਮ ਦੀ ਭੁੱਖ ਨਹੀਂ। ਬਾਦਸ਼ਾਹ ਉਹ ਜਿਹੜਾ ਦਿਲ ਦਾ ਬਾਦਸ਼ਾਹ, ਜਿਹੜਾ ਨੀਤ ਦਾ ਬਾਦਸ਼ਾਹ, ਇਹਨੂੰ ਕੋਈ ਭੁੱਖ ਨਹੀਂ। ਉਹ ਮਾਤਾ ਜਿਨ੍ਹਾਂ ਨੇ ਬੜੇ ਅੱਛੇ ਸੰਸਕਾਰ ਕੀਤੇ। ਮੈਂ ਪੰਜਾਬ ਦੇ ਪ੍ਰੈਸ ਵੱਲੋਂ, ਸਾਰਿਆਂ ਵੱਲੋਂ, ਇਲਾਕੇ ਵੱਲੋਂ ਮਾਤਾ ਜੀ ਨੂੰ ਸ਼ਰਧਾ ਸਮੂਹ ਭੇਂਟ ਕਰਦਾ। ਮੇ ਗੋਡ ਬਲੈਸ ਆਰ ਪੀਸ ਐਂਡ ਲਾਈਫ। ਔਰ ਜਿਹੜੇ ਬਾਕੀ ਹਨ ਫੈਮਿਲੀ ਦੇ, ਮੇ ਗੋਡ ਬਲੈਸ ਕਰੇ, ਉਹਨਾਂ ਨੂੰ ਹੌਸਲਾ ਹਰ ਕਿਸਮ ਦੇ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਅਨਾਇਤ ਕਰੇ। ਔਰ ਮੈਂ ਹੁਣ ਜ਼ਿਆਦਾ ਨਹੀਂ ਟਾਈਮ ਲੈਂਦਾ ਹੋਇਆ, ਮਾਤਾ ਜੀ ਨੂੰ ਸ਼ਰਧਾ ਦੇ ਸਮੂਹ ਭੇਂਟ ਕਰਦਾ। ਔਰ ਇਸ ਪਿੰਡ ਦੇ ਮੈਨੂੰ ਮੇਰੇ ਨਾਲ ਦੇ ਰਹੇ ਨਹੀਂ, ਪੜ੍ਹਦੇ ਹੁੰਦੇ ਸੀ ਮੇਰੇ ਨਾਲ, ਗੁਰਦੁਆਰੇ ਹੁੰਦਾ ਸੀ, ਦਰਬਾਰਾ ਸਿੰਘ ਹੁੰਦਾ ਸੀ, ਅਮਰਜੀਤ ਦੇ ਗੁਰਦੁਆਰੇ ਦਾ ਗ੍ਰੰਥੀ ਰਿਹਾ, ਉਹ ਮੇਰੇ ਨਾਲ ਪੜ੍ਹਦਾ ਹੁੰਦਾ 47 ਤੋਂ ਪਹਿਲਾਂ। ਅੱਛਾ ਤਾਂ ਹਰਪਾਲ ਹੋਣਾ ਦੇ ਕਰਕੇ ਤਾਂ ਮੈਨੂੰ ਮਾਤਾ ਜੀ ਕਰਕੇ ਮੈਂ ਆਉਂਦਾ ਰਿਹਾ। ਧੰਨ ਧੰਨ ਮਾਤਾ ਜੀ ਨੇ ਬਿਮਾਰ ਰਹੇ, ਇਹਨਾਂ ਨੇ ਬੜੀ ਸੇਵਾ ਕੀਤੀ, ਬਹੁਤ ਸੇਵਾ ਕੀਤੀ। ਮੂੰਹ 'ਤੇ ਕਹਿਣਾ ਨਹੀਂ ਚਾਹੁੰਦਾ, ਜੋ ਪੁੱਤ ਦਾ ਅਸਲੀ ਕੰਮ ਦਾ ਫਰਜ਼ ਹੁੰਦਾ ਉਹ ਇਹਨਾਂ ਨੂੰ ਨਿਭਾਇਆ। ਔਰ ਮੈਂ ਮਾਤਾ ਜੀ ਨੂੰ ਸ਼ਰਧਾ ਦੇ ਸਮੂਹ ਭੇਂਟ ਕਰਦਾ ਪੂਰੇ ਪੰਜਾਬ ਦੀ ਪ੍ਰੈਸ ਵੱਲੋਂ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਮੈਂ ਹੁਣ ਬੇਨਤੀ ਕਰਦਾ ਸਰਦਾਰ ਸਿੰਘ ਬਸਰਾਵਾ ਜੀ ਨੂੰ ਕਿ ਉਹ 2 ਮਿੰਟ ਲਈ ਆਉਣ। ਸਰਦਾਰ ਸਿੰਘ ਬਸਰਾਵਾ। जुगो जुग अटल धन 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 साहिब श्री गुरु ग्रंथ साहिब जी की पावन पवित्र हजूरी अंदर सत्कारयोग वीर हरपाल सिंह जी मांगा, पत्रकार, स्पोक्समैन, अखबार, तनां दे सत्कारयोग माता जी माता हरभजन कौर जी की अंतिम अरदास अंदर हाज़री कर रही साध संगत जी चढ़ती कला में फतेह प्रवान करियो जी। वाहिगुरू जी का खालसा, वाहिगुरू जी की फतेह। फतेह की असीस चढ़ती कला में कृपा करो। वाहिगुरू जी का खालसा, वाहिगुरू जी की फतेह। औरत के 5 रूप जगत के सामने ने। किसी कवि के बोल बड़े प्यारे ने, धी बन के मापियां का सुख मनाउंदी है, भैन बन के वीरां की घोड़ी गाउंदी है, सुहागण बन के साईं का घर वसाउंदी है, मां बन के बच्चों को लाड लड़ाउंदी है, दादी बन के पोते पोतियां तमीज सिखाउंदी है। इन्हां 5 रूपों के विचों एक रूप है मां वाला। गुरबाणी पढ़िए,
ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਪੜੋ। ਬਿਲਕੁਲ ਪਹਿਲੀ ਪੰਕਤੀ ਸਾਰੇ ਕਿਰਪਾ ਕਰਿਓ। ਜਦੋਂ ਆਪਾਂ ਕਹਿੰਦੇ ਹਾਂ ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਾਰੇ ਬੋਲਿਓ ਆਨੰਦ ਭਇਆ ਮੇਰੀ ਮਾਈ। ਪ੍ਰਿੰਸੀਪਲ ਸਤਜੀਤ ਸਿੰਘ ਉਹਨਾਂ ਨੇ ਬਹੁਤ ਬੜੇ ਪਿਆਰੇ ਲਿਖੇ, ਬੱਚੇ ਦੇ ਜੀਵਨ ਵਿੱਚ ਜਦੋਂ ਵੀ ਕਿਤੇ ਖੁਸ਼ੀ ਦਾ ਸਮਾਂ ਆਇਆ ਇਹਨੂੰ ਮਾਂ ਦਾ ਚੇਤਾ ਆਇਆ, ਇਹਦੇ ਜੀਵਨ ਵਿੱਚ ਕਿਤੇ ਔਖੀ ਘੜੀ ਆਈ ਇਹਨੂੰ ਫਿਰ ਵੀ ਮਾਂ ਦਾ ਚੇਤਾ ਆਇਆ। ਰਿਸ਼ਤਾ ਨਾਤਾ ਇਦਾਂ ਦਾ ਹੈ। ਤੀਸਰੀ ਅਰਜ਼ ਮੈਂ ਤੁਹਾਡੇ ਅੱਗੇ ਕਰਨ ਲੱਗਾ ਕਰਕੇ, ਕਿਉਂਕਿ ਸਮਾਂ ਬਿਲਕੁਲ ਸਮੇਂ ਦੇ ਦਾਇਰੇ ਵਿੱਚ ਫਤਿਹ ਅਰਜ਼ ਕਰਦੇ ਹਾਂ। ਤੀਸਰੀ ਬੇਨਤੀ ਤੁਹਾਡੇ ਅੱਗੇ ਕਰਨ ਲੱਗਾ, ਜਦੋਂ ਪਰਿਵਾਰ ਵਿੱਚੋਂ ਬਜ਼ੁਰਗ ਦੁਨੀਆ ਤੋਂ ਜਾਂਦੇ ਨੇ, ਭਾਵ ਜਦੋਂ ਬਾਪੂ ਦੁਨੀਆ ਤੋਂ ਚਲਿਆ ਜਾਏ, ਬਾਪ ਵਾਲੀ ਦਸਤਾਰ, ਬਾਪ ਵਾਲੀ ਪੱਗ, ਬਾਪ ਵਾਲੀ ਪਗੜੀ ਉਹ ਤੇ ਨਾਨਕੇ ਲੈ ਕੇ ਆਉਂਦੇ ਨੇ ਤੇ ਵੱਡੇ ਪੁੱਤਰ ਦੇ ਸਿਰ ਉੱਤੇ ਰੱਖ ਦਿੱਤੀ ਜਾਂਦੀ ਹੈ। ਪਰ ਜਦੋਂ ਦੁਨੀਆ ਚੋਂ ਮਾਂ ਜਾਂਦੀ ਹੈ ਨਾ, ਮਾਂ ਦੀ ਜ਼ਿੰਮੇਵਾਰੀ ਕਦੀ ਵੀ ਕਿਸੇ ਦੇ ਸਿਰ ਤੇ ਨਹੀਂ ਰੱਖੀ ਜਾਂਦੀ। ਕਿਉਂ? ਕਿਉਂਕਿ ਮਾਂ ਦੀ ਜ਼ਿੰਮੇਵਾਰੀ ਕੇਵਲ ਮਾਂ ਹੀ ਨਿਭਾ ਸਕਦੀ ਹੈ, ਹੋਰ ਨਿਭਾਈ ਕੋਈ ਨਹੀਂ ਸਕਦਾ। ਅਰਦਾਸ ਕਰੀਏ ਸੱਚੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਸ ਵਿਛੜੀ ਹੋਈ ਰੂਹ ਲਈ, ਸਤਿਕਾਰਯੋਗ ਮਾਤਾ ਹਰਭਜਨ ਕੌਰ ਜੀ ਦੇ ਲਈ ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਫਤਿਹ ਅਰਜ਼ ਕਰਿਓ, ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਸਾਡੇ ਕੋਲ ਇੱਕੋ ਹੀ ਗੱਲਬਾਤ ਕਰਨ ਵਾਲੇ ਬੁਲਾਰੇ ਨੇ, ਜਗਤਾਰ ਸਿੰਘ ਪਾਰਮਾ ਜੀ। ਪਹਿਲਾਂ ਮੈਂ ਸਿਰਫ 2 ਜਾਂ 3 ਮਿੰਟ ਲਈ ਇੱਕ ਗੱਲ ਕਰਨੀ ਚਾਹੁੰਦਾ ਕਿ ਮਾਤਾ ਹਰਭਜਨ ਕੌਰ ਜੀ ਬਿਮਾਰੀ ਵਿੱਚ ਘਿਰੇ ਜ਼ਰੂਰ ਆ। ਮਾਤਾ ਹਰਭਜਨ ਕੌਰ ਜੀ ਬਿਮਾਰੀ ਵਿੱਚ ਘਿਰੇ ਜ਼ਰੂਰ ਸੀ, ਪਰ ਉਹ ਬਿਮਾਰ ਨਹੀਂ ਹੋਏ, ਰਾਜੀ ਖੁਸ਼ੀ ਰਹੇ। ਬਿਮਾਰੀ 'ਚ ਘਿਰੇ ਜ਼ਰੂਰ ਸੀ, ਉਹ ਬਿਮਾਰ ਪਏ ਨਹੀਂ, ਬਿਮਾਰ ਹੋਏ ਨਹੀਂ, ਰਾਜੀ ਖੁਸ਼ੀ ਰਹੇ। ਮੈਂ ਉਹ 2 ਪੱਖ ਤੋਂ ਦੇਖਦਾ ਵੀ ਇਹ ਗੱਲ ਕਿਵੇਂ ਆ, ਇਹ ਗੱਲ ਕਿਵੇਂ ਠੀਕ ਹੈ। ਇੱਕ ਉਹ ਆਪ ਪੜ੍ਹੇ ਲਿਖੇ ਸੀ, ਪਾਠ ਕਰਦੇ ਸੀ, ਲਗਭਗ ਡੇਲੀ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ ਜਦ ਤੱਕ ਤੰਦਰੁਸਤ ਰਹੇ। ਸੁਖਮਨੀ ਸਾਹਿਬ ਦੇ ਵਿੱਚ 2 ਤੁਕਾਂ ਮੈਨੂੰ ਯਾਦ ਮਹਾਭਾਰਤ ਉੱਤੇ, ਜਹਾਂ ਮਹਾ ਭਿਆਨ ਤਪਤ ਬਹੁ ਕਾਮ, ਜਹਾਂ ਮਹਾ ਭਿਆਨ ਤਪਤ ਬਹੁ ਕਾਮ, ਤਾ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਜਦੋਂ ਕਿਤੇ ਮੈਂ ਪੜ੍ਹਦੇ ਨੇ ਗੱਲ ਦੇਖੀ ਵੀ ਜਿੱਥੇ ਬਹੁਤ ਭਿਆਨਕ ਗਰਮੀ, ਪਸੀਨੋ ਪਸੀਨਾ, ਜਾਨ ਕੇ ਬੁਰਾ ਹਾਲ, ਐਸੀ ਅਵਸਥਾ ਹੋਵੇ ਜਿੱਥੇ ਬੰਦੇ ਦੀ ਪੇਚ ਨਾ ਜਾਵੇ, ਤਾਂ ਉਸ ਵੇਲੇ ਹਰੀ ਦੇ ਨਾਮ ਦੀ ਛਾਂ ਜਿਹੜੀ ਹੈ ਉਹ ਹੁੰਦੀ ਹੈ। ਮੈਂ ਸਮਝ ਰਿਹਾ ਵੀ ਇਹ ਗੱਲ ਹੁੰਦੀ ਕਿੱਦਾਂ ਹੈ, ਇਹ ਕਿੱਦਾਂ ਵਾਪਰਦੀ ਗੱਲ। ਸਾਡੇ ਕੋਲ ਇਹ ਸਿੱਖ ਹਿਸਟਰੀ ਇਸ ਨੂੰ ਸਿੱਧ ਕਰਨ ਲਈ ਸਾਰੀ ਹਿਸਟਰੀ ਭਰੀ ਪਈ ਆ, ਦੁਨੀਆ ਦੀ ਹਿਸਟਰੀ ਕੁਛ ਵੀ ਇਹਦੇ ਪਰ। ਜਦੋਂ ਆਪਾਂ ਪਾਠ ਕਰਦੇ ਹਾਂ, ਸਮਝਦੇ ਹਾਂ, ਮੰਨਦੇ ਹਾਂ, ਤਾਂ ਸਾਰੀ ਸ਼ਕਤੀ ਸ਼ਬਦਾਂ ਦੀ ਜਿਹੜੀ ਸਾਡੇ ਅੰਦਰ ਉਹ ਆਉਂਦੀ ਆ ਪ੍ਰੈਕਟੀਕਲ। ਤੇ ਜਦੋਂ ਇਸ ਨੂੰ ਆਪਾਂ ਭਾਣਾ ਮੰਨਦੇ ਹਾਂ ਵੀ ਬਿਮਾਰ ਹੋ ਗਏ ਆ, ਤਾਂ ਉਹ ਸ਼ਕਤੀ ਜਿਹੜੀ ਆ ਅੰਦਰ ਕੰਮ ਕਰਦੀ ਆ। ਇਹਨੂੰ ਟੇਬਲ ਤੇ ਰੱਖ ਕੇ ਸਿੱਧ ਨਹੀਂ ਕੀਤਾ ਜਾ ਸਕਦਾ, ਇਹ ਮਾਨਸਿਕ ਤੌਰ ਤੇ ਪਾਵਰ ਮਿਲਦੀ ਆ। ਮੈਂ ਹੈਰਾਨ ਹੁੰਦੀ ਕਿ ਜਦੋਂ ਹਰਪਾਲ ਸਿੰਘ ਜੀ ਨੇ ਗੱਲ ਕਹੀ ਵੀ ਉਹਨਾਂ ਦੇ ਕਿੰਨੀ ਤਕਲੀਫ ਸੀ, ਉਹਨਾਂ ਨੇ ਆਖਰੀ ਸਾਹ ਤੱਕ ਵੀ ਹਾਏ ਜਾਂ ਸੀ ਸ਼ਬਦ ਨਹੀਂ ਕਿਹਾ। ਇਹ ਬੜਾ ਅਸੰਭਵ ਲੱਗਦਾ ਵੀ ਜਿਸ ਅਵਸਥਾ 'ਚ ਉਹ ਗੁਜ਼ਰੇ ਆ, ਕੋਈ ਏਦਾਂ ਬਿਲ ਕੇ ਨਾ, ਉਹ ਨਹੀਂ ਬਿਲ ਕੇ। ਇੱਕ ਤਾਂ ਮੈਂ ਇਹ ਮੰਨਦਾ ਕਿ ਉਹਨਾਂ ਦੀ ਬਾਣੀ ਦਾ ਜੋ ਅਸਰ ਸੀ ਉਹ ਕੰਮ ਕਰਦੇ ਸੀ। ਦੂਸਰਾ ਕੀ ਕਰ, ਦੂਸਰਾ ਪਰਿਵਾਰ ਹੈ। ਮੈਂ ਸਾਡੇ ਮਿੱਤਰ ਨੇ, ਮੈਂ ਪੁੱਛਿਆ ਕਿ ਗੱਲਬਾਤ ਕਰਨ ਦਾ ਤੁਸੀਂ ਮੌਕਾ ਦੇਣਾ ਹੈ, ਵੀ ਮੈਨੂੰ ਇਹ ਦੱਸੋ ਵੀ ਸੱਸ ਨੂੰਹ ਦੀ ਕਿੱਦਾਂ ਸੀ। ਮੈਂ ਕਿਹਾ ਭਾਵੇਂ ਗੁੱਸਾ ਹੀ ਕਰਨ, ਲਾਗੇ 1-2 ਸਾਥੀ ਹੋਰ ਬੈਠੇ ਸੀ ਪਿੰਡ ਦੇ। ਇਹ ਤਾਂ ਜੇ ਘੱਟ ਬੋਲੇ ਕਿਉਂਕਿ ਘਰਦਿਆਂ ਨੇ ਸਿਫਤ ਕਰਨੀ ਹੁੰਦੀ ਹੈ, ਪਰ ਸੱਚੀ ਮੁੱਚੀ ਗੱਲ ਇਹ ਹੈ ਕਿ ਉਹ ਬਾਹਰਲੇ ਬੰਦੇ ਨੇ ਬੈਠੇ ਸੀ, ਕਹਿੰਦੇ ਵੀ ਉਹ ਮਾਸਟਰ ਦੀ ਗੱਲ ਛੱਡੋ, ਇਹਨਾਂ ਦੀ ਨੂੰਹ ਨੇ ਆਪਣੀ ਮਾਂ ਨੂੰ ਏਦਾਂ ਬੁੱਕ ਕੀਤਾ, ਉਹਨਾਂ ਨੇ ਫੁੱਲਾਂ ਵਾਂਗੂ ਰੱਖਿਆ। ਮੇਰੇ ਸ਼ਬਦ ਬੜੇ ਨਵੇਂ ਸੀ, ਬੜੇ ਤਾਜ਼ੇ ਸੀ,
बड़े ताकतवर थे। ते उस साडी भैन दे जो वाइफ ने भाई साहब हरपाल सिंह जी दे इस घर की नूंह है और इस घर की मैं कहना कि सच्ची पक्की धी है। ये धन्यवाद करते हैं। मैं वो चौके वाला परिवार मेरा भी सिर उन्होंने अगे झुकदा जिन्होंने परिवार के इस तरह जी इस तरह के ख्याल ने उनके ते ये दो कारण सी कि माता होना नूं अपनी बीमारी जी आ वो महसूस नहीं हुई। हुण मैं बेनती करदा भाई साहब जगतार सिंह रछपालमा जी नूं वो अपने विचार साडे नाल साझे करनगे। उन्हां तो बाद धन्नवाद इस परिवार के मैंबर सरदार मगर सिंह जी करनगे। सरदार जगतार सिंह रछपालमा जी संमति में जुगो जुग अकाल श्री गुरु ग्रंथ साहब जी की जुड़ी बैठी साध संगत जी फतेह की सांझ करिए। वाहिगुरू जी का खालसा वाहिगुरू जी की फतेह। आप सब नूं पता ही है कुछ दिन पहला माता जी श्री हरभजन कौर जी अपनी संसार की यात्रा पूरी करते हुए गुरचाना विच जा पहुंचे। पिछले परिवार वालों उन्होंने निमित्त श्री अखंड पाठ साहब का आरंभ कराए जिन्होंने भोग पाए उपरंत कीर्तन हुए। मौत शब्द मौत कहना बहुत सौखा मौत पर यह है भी सच्चाई आ। पहले भाई साहब ने मेरे को बोलिया सी मर न खाए मंडल में आए। जिस टाइम प्राणी का जन्म होंदा आ उस तो पहला मौत का चिट्ठा है तैयार हो जाता। वो परमात्मा के कोल आ। जन्म होने तो पहला जो भी उसकी बिल सारी वो लिखी जाती आ। इस संसार से कोई भी गया इस मौत तो हार के गया। जे इस परिवार की गल करिए सिफत भी कहाँ होंगी है जो सिफत दी गल्लां होण। क्यों नैगेटिव सिफत करी जाइए तो लोग थले हुजा मारते आ भी घर ये गल सी तां इत्थे सिफत हो रही आ पर इस सिफत के पात्र आ परिवार सारा ही। क्यों साडा रोज़ एक दो बारी मेल भाई हरपाल नाल हुंदा रहा। मैं पुछना इन्हें कहना माता ढिली आ मैं चल जाना छेती। एक श्रद्धांजलि की गल करते हैं भी श्रद्धांजलि देण असीं आए हैं। सच्ची श्रद्धांजलि जिहड़ी ये आ ये तो सेध लैण वाली गल आ। इस परिवार ने माता की बहुत सेवा की आ। ये परिवार जिहड़े बजाए दे पात्र आ और इन्हों ने वाइफ की गल की आ। जे परिवार च नौ ठीक आ तो घर सामो वो भी स्वर्गी आ। पर मौत जी सच्चाई आ। गुरु ग्रंथ साहिब जी भी लिखिया फरीदा कितने तैने मापिया जिन्हें टूटणिया तै उस पासे रज के तू अजे ना पतोणिया। पर तेरे माँ बाप भी चल गए आ असीं भी जाने आ पर असीं उस गल नूं अजे समझते नहीं। उस गल तो बड़ी दूर आ सुन लेंदे असीं पर जिहड़ा अमल आ वो बहुत दूर की गल आ। मैं तो इस इकट्ठ दे के यही कहांगा ये परिवार का जिहड़े परिवार तो सेध लैण वाली गल आ। सच्ची श्रद्धांजलि साडी यही आ। मैं तो बोल के तो असीं चल जाना पर आने वाली नवीं पीढ़ी नूं यही बेनती आ मां प्यो की सेवा जिहड़ी उही स्वर्ग आ उही घर स्वर्ग आ। मां का रिश्ता जिहड़ा वो परिवार वास्ते बहुत गूढ़ा आ पर धी नाल जिहड़ा रिश्ता मां का वो एक बहुत गूढ़ा। आम आप गाने में सुनते हैं मामा कोल पेके नहीं आना पेके होंगे मामा नाल। एक धी का जिहड़ा वो दुख मां नाल बहुत ज़्यादा डूंगा रिश्ता आ पर नहीं इत्थे अंत जिहड़ा वो हर किदा ही आ। जाना तो असीं भी तुसीं भी जाना आ पर कुछ गल्लां इत्थों ग्रहण करने वाली जां सेध लैण वाली गल आ। मैं ज़्यादा समा ना लवां। अंत विच मैं समूह जिला के हुशियारपुर के पत्रकार वीरां वालों भी इत्थे जिहड़े शरधा के फुल भेंट करदा आ। परमात्मा अगे ही बेनती करदा आ
उस पिछड़ी होई रूह नूं अपने चरणों च निवास बख्शे, पिछे परिवार नूं भाणा मनण दा बल बख्शे। वाहिगुरू जी का खालसा, वाहिगुरू जी की फतेह। ਹੁਣ ਬੇਨਤੀ ਹੈ ਸਰਦਾਰ ਮੁਕਰ ਸਿੰਘ ਜੀ ਨੂੰ ਕਿ ਉਹ ਆਉਣ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ। ਸਰਦਾਰ ਮੁਕਰ ਸਿੰਘ ਜੀ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਹਰਭਜਨ ਕੌਰ ਜੀ ਇਸ ਸੰਸਾਰ ਵਿੱਚ ਨਹੀਂ ਰਹੇ। ਉਹਨਾਂ ਦਾ ਅੱਜ ਜੋ ਪਰਸੋਂ ਵਾਲੇ ਰੋਜ਼ ਤੋਂ ਅਖੰਡ ਪਾਠ ਸਾਹਿਬ ਦਾ ਬਾਣੀ ਦਾ ਪ੍ਰਵਾਹ ਚੱਲਿਆ, ਅੱਜ ਉਹਨਾਂ ਦੇ ਭੋਗ ਪਏ ਉਪਰੰਤ ਕੀਰਤਨ ਹੋਇਆ। ਔਰ ਮੈਂ ਸਾਰੇ ਜਿੰਨੇ ਵੀ ਰਿਸ਼ਤੇਦਾਰ ਔਰ ਭੈਣ ਭਾਈ ਸਾਡੇ ਵੀਰ ਹਰਪਾਲ ਸਿੰਘ ਦੇ ਸੱਜਣ ਮਿੱਤਰ ਦੋਸਤ ਜਿੰਨੇ ਵੀ ਹੈ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਆਏ, ਉਹਨਾਂ ਸਾਰਿਆਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਔਰ ਸਾਰੇ ਪਰਿਵਾਰ ਵੱਲੋਂ ਧੰਨਵਾਦੀ ਹਾਂ। ਜੋ ਮਾਤਾ ਹਰਭਜਨ ਕੌਰ ਜੀ ਮੇਰੇ ਚਾਚੀ ਜੀ ਲੱਗਦੇ ਸਨ। ਉਹਨਾਂ ਦਾ ਜਿਹੜਾ ਜੀਵਨ ਹੈ ਉਹਦੇ ਬਾਰੇ ਇਹ ਪਿੰਡ ਧੂਤ ਕਲਾਂ ਵਿਖੇ ਉਹਨਾਂ ਦਾ ਜਨਮ ਸਰਦਾਰ ਜੋਗਿੰਦਰ ਸਿੰਘ ਤੇ ਮਾਤਾ ਗੁਰਬਖਸ਼ ਕੌਰ ਦੇ ਘਰ ਹੋਇਆ। ਉਹ ਆਪਣੇ ਜ਼ਿਆਦਾ ਬਚਪਨ ਦਾ ਸਮਾਂ ਉਹਨਾਂ ਨੇ ਆਪਣੇ ਪਿੰਡ ਦਰਿਆ, ਜੋ ਦਰਿਆ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ, ਉੱਥੇ ਉਹਨਾਂ ਦੇ ਨਾਨਾ ਜੀ ਕਰਤਾਰ ਸਿੰਘ, ਸਰਦਾਰ ਕਰਤਾਰ ਸਿੰਘ, ਉਹਨਾਂ ਨਾਲ ਬਹੁਤ ਉਹਨਾਂ ਦਾ ਪਿਆਰ ਸੀ ਔਰ ਉੱਥੇ ਬੀਤਿਆ। ਔਰ ਜਦੋਂ ਵੀ ਜਾਣਾ ਉਹਨਾਂ ਨੇ ਆਪਣੇ ਨਾਨਕੇ ਪਰਿਵਾਰ ਦੀ ਗੱਲ ਕਰਨੀ ਔਰ ਸਾਨੂੰ ਬਹੁਤ ਉਹਨਾਂ ਦੇ ਮਾਣ ਸੀ। ਔਰ ਇਹਨਾਂ ਦਾ ਬਾਅਦ ਦੇ ਵਿੱਚ ਜਿੱਦਾਂ ਸਾਡੇ ਸਤਿਕਾਰਯੋਗ ਚਾਚਾ ਜੀ ਸਰਦਾਰ ਪ੍ਰੀਤਮ ਸਿੰਘ ਨਾਲ ਵਿਆਹ 1966 ਦੇ ਵਿੱਚ ਹੋਇਆ। ਔਰ ਤੁਹਾਨੂੰ ਹੁਣ ਸਾਰਿਆਂ ਨੂੰ ਪਤਾ ਹੀ ਹੈ, ਸਾਰੇ ਬੁਲਾਰਿਆਂ ਨੇ ਵੀ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਚਾਚੀ ਜੀ ਹੁਣਾਂ ਦੀ ਬਹੁਤ ਸਿਹਤ ਸੀ ਔਰ ਉਹਨਾਂ ਤੋਂ ਅਸੀਂ ਸੇਧ ਲੈਂਦੇ ਸੀ। ਉਹਨਾਂ ਦਾ ਜੋ ਜੀਵਨ ਸੀ ਬਹੁਤ, ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਆਪਣੇ ਪੰਕਚੁਅਲਿਟੀ ਨੂੰ ਪੂਰੀ ਪਹਿਲ ਦਿੱਤੀ। ਉਹ ਸਵੇਰੇ ਉੱਠ ਕੇ 3:30 ਵਜੇ ਗੁਰਦੁਆਰਾ ਸਾਹਿਬ ਆਉਂਦੇ ਸੀ ਔਰ ਉਸੇ ਸਦਕਾ ਸਾਡੇ ਪਰਿਵਾਰ ਦੇ ਸਾਰੇ ਜੀ ਉਹਨਾਂ ਨੂੰ ਇਸ ਪਾਸੇ ਪੰਕਚੁਅਲਿਟੀ ਦੀ ਇੱਕ ਪੰਕਚੁਅਲਿਟੀ ਦਾ ਪਾਠ ਪੜ੍ਹਾਇਆ। ਔਰ ਕੁਝ ਸਮਾਂ ਪਹਿਲਾਂ ਉਹ ਜਿਹੜੀ ਕਿ ਇੱਕ ਬਹੁਤ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਏ ਔਰ ਲੱਗਦਾ ਸੀ ਕਿ ਸ਼ਾਇਦ ਉਹ ਉਸ ਸਥਿਤੀ ਦੇ ਵਿੱਚੋਂ ਉੱਭਰ ਨਾ ਸਕਣ, ਪਰੰਤੂ ਪਤਾ ਨਹੀਂ ਉਹ ਕਿੰਨਾ ਕੁ ਉਹਨਾਂ ਦਾ ਦਿਲ ਸਟਰੋਂਗ ਸੀ, ਉਹਦੇ ਵਿੱਚੋਂ ਉਹ ਉੱਭਰੇ ਔਰ ਫਿਰ 10 ਸਾਲ ਬੜੀ ਸੂਝ ਬੂਝ ਨਾਲ ਇਸ ਪਰਿਵਾਰ ਨੂੰ ਸੇਧ ਦਿੱਤੀ। ਔਰ ਹੁਣ ਕੁਝ ਮਹੀਨੇ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਬਿਮਾਰੀ ਨੇ ਖਿੱਚ ਲਿਆ, ਪਰ ਉਹਨਾਂ ਨੂੰ ਬੇਸ਼ੱਕ ਆਪਣੇ ਪੱਤਰਕਾਰ ਸਾਹਿਬ ਨੇ ਦੱਸਿਆ ਵੀ ਹਾਏ ਨਹੀਂ, ਉਹ ਜਿਹਨੂੰ ਜਾਂਦੇ ਸੀ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਦੇ ਸੀ ਔਰ ਇਹ ਬੜੀ ਸੀ ਕਿ ਉਹ ਦਿਲੋਂ ਸਟਰੋਂਗ ਰਹੇ। ਔਰ ਮੈਂ ਕਹਿੰਦਾ ਸਾਡੇ ਵੀਰ ਹਰਪਾਲ ਸਿੰਘ ਇਹ ਡੋਲ ਜਾਂਦੇ ਸੀ, ਬੇਸ਼ੱਕ ਆਪਣੀ ਮਾਤਾ ਦੇ ਅੱਗੇ ਹੱਥਦੇ ਰਹਿੰਦੇ ਸੀ, ਪਰ ਮੇਰੇ ਕੋਲ ਜਾ ਕੇ ਖੇਤਾਂ ਵਿੱਚ ਰਹਿੰਦੇ, ਮੈਨੂੰ ਪਜਾਉਂਦੇ ਔਰ ਮੈਂ ਇਹਨਾਂ ਨੇ ਦੁੱਖ ਦੇਖ ਨਹੀਂ ਸਕਦਾ। ਮੈਂ ਇਹ ਨਹੀਂ ਕਹਿੰਦਾ ਮੈਨੂੰ ਇਹ ਭਾਵੁਕ ਹੋਣਾ ਨਹੀਂ ਚਾਹੀਦਾ, ਕਿਉਂਕਿ ਇਹ ਉੱਥੇ ਜਾ ਕੇ ਖੇਤ ਸਾਡੇ ਸਾਂਝੇ ਆ, ਉੱਥੇ ਜਾ ਕੇ ਦਿਲੇ ਰੋਣਾ। ਮੈਂ ਕਹਿਣਾ ਨਹੀਂ, ਇਹ ਤੇ ਹੁਣ ਟਾਈਮ ਜਿਹੜਾ ਹੈਗਾ ਇਹ ਆਉਣਾ ਹੀ ਆਉਣਾ, ਤੁਸੀਂ ਬਈ ਇਹਦੇ ਵਾਸਤੇ ਤਿਆਰ ਹੋਵੋ, ਆਪਣੇ ਆਪ ਨੂੰ ਸਟਰੋਂਗ ਕਰੋ। ਜਦ ਉਹ ਹਾਏ ਨਹੀਂ ਕਹਿੰਦੇ, ਤੁਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਭਾਣਾ ਮੰਨਣ ਲਈ ਤਿਆਰ ਹੋ। ਜਿੰਨਾ ਚਿਰ ਸੇਵਾ ਹੈ ਉਹ ਕਰੋ। ਔਰ ਇਹਨਾਂ ਦੀ ਸੇਵਾ ਜੋ ਹੈ ਮਾਤਾ ਜੀ ਦੀ, ਇਹਨਾਂ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਔਰ ਇਹਨਾਂ ਦੀਆਂ ਬੱਚੀਆਂ ਨੇ ਬਹੁਤ ਜ਼ਿਆਦਾ ਕੀਤੀ ਔਰ ਇਹਨਾਂ ਨੂੰ ਇਹਨਾਂ ਨੇ ਫੁੱਲਾਂ ਵਾਂਗੂ ਰੱਖਿਆ। ਔਰ ਇਹ ਵੀ ਆ ਕਿ ਜਿਨ੍ਹਾਂ ਦੇ ਉਹ ਰਹੇ ਉਹਨਾਂ ਨੇ ਸਾਰਾ ਆਪਣਾ ਜੀਵਨ ਇੱਕ ਪੰਕਚੁਅਲਿਟੀ ਦੇ ਤੌਰ 'ਤੇ ਮੈਂ ਦੇਖਦਾ ਰਿਹਾ। ਸਵੇਰੇ ਉੱਠ ਕੇ ਆਪਣੀਆਂ ਬੱਚੀਆਂ ਨੂੰ, ਇਹ ਹਰਪਾਲ ਸਿੰਘ ਦੇ ਕਾਕੇ ਨੂੰ ਆਪਣੇ ਖੁਦ ਆਪਣੇ ਬੱਸ 'ਤੇ ਵੈਨ 'ਤੇ ਚੜਾਉਣ ਜਾਣਾ ਸੀ
और आने तो पहले टाइम पूछ लेना किन्ने बजे बैन आनी है और ਉਹਦੇ ਵਿੱਚ ਉਹਨਾਂ ਨੂੰ ਲੈਣ ਜਾਣ ਤੋਂ 5 ਮਿੰਟ ਪਹਿਲਾਂ बैन तो जाना ये उन्होंने जीवन का एक तरह का और यही इन्हों है हरपाल सिंह होना का और यह कोई भी टाइम होंदा है ये अपने जिथे किते जाना वो तो पहला तैयार हो गए होंगे और मैं हम फिर लास्ट में यही आ कि जिन्ने भी सज्जन मित्र या जिन्होंने टैलीफोन से मैसेज दिते इन्होंने कंडोलेंस दे उन्होंने मैं दिलों धन्यवाद करता। वाहिगुरू जी का खालसा वाहिगुरू जी की फतेह। शासन ने हुण अरदास हो रही है मेरे वालों कोई शब्द वध घट लगा मतलब वध घट माफी चाहता हाँ माता जी अगे सिर झुकाउंदा हाँ फतेह बुलाउंदा हाँ वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। राम कली महला तीजा आनंद ओंकार सतगुर प्रसाद। नंद पिया मेरे माए सतगुरु मैं पाया सतगुरु ता पाया सह सेती मन वजियां वाहियां राग रतन प्रभात पुरियां शब्द गावणे आईयां शब्द ता गावो हरि तेरा मन जिनी विसाया कह नानक नंद हुआ सतगुरु मैं पाया ये मन मेरे आ तू सदा रहो हर नाल हो तू मन मेरे दुख सब विसारना अंगीकारो कर तेरा कार ससवारना सबना विलास मन स्वामी सो को मन विसारे कह नानक मन मेरे सदा रहो हर नाल साचे साहिबा क्या नाही करते रह करदा तेरा सब कुछ है जिस दे सो पावे सदा सिर तला तेरी नाम मन बसावे नाम जिन के मन बसिया माझे शब्द कनेरे कह नानक सच्चे साहिब क्या नाही करते रह साचा नाम मेरा आधार साच नाम आधार मेरा जिन भुखा सब गवाइया कर शान सो मन बसिया जिन इच्छा सब पुजाइया सदा कुर्बान कीता गुर विट हो जिस ध्याए वड्याइया कह नानक सुन संतो साउत रो प्यारो सचा नाम मेरा धारो वाजे पंज शब्द कर सभागै शब्द वाजे कला जित कर धारिया पंज दूत दवस कीते काल कट तू मारिया तुर करम पाया तो तिनका से नाम हर की लागे कह नानक तै सुख हुआ तित कर अनहद वाजे अनंद सुनो वड पागी हो सगल मनोरथ पूरे पार ब्रह्म प्रपाया उतरे सगल वसूरे दुख रोग संताप उतरे सुनी सच्ची वाणी संत साजन पे सर से पूरे गुर ते जानी सुनते परीत कहते पवित सतगुर रहा भरपूरे विनवंत नानक गुर चरण लागे वाजे अनहद तूरे सलोक पवन गुरु पाणी पिता माता तरत महात दिवस रात दोय दाई दाया खिले सगल जगत चंगियां बुरियां वाजे धर्म हदूर करमी आपो अपनी के नेड़े के दूर जिनी नाम ते आया गए मसकत कार नानक ते मुख चले इति छुट्टी नाल जिनी नाम ते आया गए मसकत कार नानक ते मुख चले इति छुट्टी नाल। वाहिगुरू जी का खालसा वाहिगुरू जी की फतेह। तू ठाकुर
ਤੁਮਰੀ ਗਤ ਮਿਤ ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮੀ ਜਾਣੀ ਨਾਨਕ ਦਾਸ ਸਦਾ ਕਰਵਾਣੀ। ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਰ ਸਿੰਘ ਭਗਵਤੀ जी की पातशाही दसवीं प्रथम भगवती सिमर कै गुरु नानक नहीं ध्याए। फिर अंगद गुर ए अमरदास रामदास हरि सहाय अर्जन भगवंदनो सिमराओ श्री हरिराय। श्री हरकृष्ण ध्याई जिस बिठै शब्द बजाए एक बादल सिमरै घर न मिलावे ताए सब थाई हुए सहाय। दसवीं पातशाह साहब श्री गुरु गोबिंद सिंह साहब जी महाराज सब थाई हुए जी सहाय सब थाई हुए जी सहाय। दसम पातशाह के आत्म श्लोक श्री गुरु ग्रंथ साहब जी के आठ जिदा के अंतर के बोलना जी। गुरु साहिब के पंज प्यारे 4 साहिबजादे 40 कुत्ते हथियां जपिया तपियां जिन्होंने नाम जपिया बन सकिया देख चलाई तेग वाही देख के अमृत किया तेरा प्यारिया सचारिया की कमाई का अंतर के बोलना जी। जिन्होंने सिंगर सिंगिया ने धार मेज से बंद बंद कटवाए गोपड़ियां लाइया कल्पनियां के चुने नाना की जगह गुरुद्वारे सेवा ने कुर्बानियां कीतियां। धर्म नहीं हारिया सिक्खी केसा स्वासा संग निभाई तिन्होंने शहीद सिख सुनिया चंगी बच्चों की कमाई का अंतर के बोलना जी। पंजा तख्ता सुख अंतर के बोलना जी। वाहिगुरू साहब जी हो प्रतिष्पत खालसा जी की दास है जी। सबत खालसा जी को वाहिगुरू 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 चिति आवा है चिता उनका सदका सर्व सुख वे जहाँ जहाँ खालसा जी साहब तहाँ का रशिया जायत देख के फटे बिंद की पैज पंथ की जीत श्री सही सहाय खालसा जी के बोल वाले बोलना जी। बख्शो जी सिखा सिखी दान केस दान रहत दान विवेक दान विसाहो दान भरोसा दान धना से दान नाम दान श्री अमृतसर जी के दर्शन स्नान चौकियाँ चंदे बंगे जग जगाटा तमका जय जयकार हो गए जी। खालसा जी के बोल वाले बोलना जी। मनी मन मातु जी मात पादा राखा आप अकाल पुरख अंतरजामी वाहिगुरू हे अकाल पुरख अपने पंथ सदा सहाई का तार जी पाना चैतन को करा गुता दे जिन्हों तो खालसा पंथ सुने गया अपने दर्शन दीदार सेवा संभाल का दान पंथ रक्षो फिर माने ने मान ने तामिया के ताम ने ओटियां दी औरत ने आसरिया दे आसरे अकाल पुरख अंतरजामी वाहिगुरू तान तान साहब श्री गुरु नानक देव महाराज तान तान साहब श्री गुरु गोबिंद सिंह साहब जी महाराज तान तान दसम पातशाह के आत्म स्वरूप पतन पावन भगवत के प्रधान जगो जगह तल सतगुरु सतगुरु श्री गुरु ग्रंथ साहब जी महाराज। इसलिए आगे चल कमला के सुनी संता वालों अरदास बेनती अर्जोई है सतगुरु जी अपने दर पर कंकर की कृपावता करो जियो। सतगुरु जी मानुषा मंडल में आए जब महापाका साहब वाला राव ना करे तो भगवत तो फकीर वारी आप अपनी वेल बंदे तीन महापाका सतगुरु जी आगे दर करो बसाए मता हर भजन कौर जी संसार की यात्रा करना है सन सतगुरु जी ने आगे आजू बख्शी परोपिया तो कुछ दिन पहला खुलो दूर किया उन्होंने रूह की शांति वास्ते चंगे पासे लगाने वास्ते आपके चैनल ठाम लैन वास्ते सरदार प्रगीत सिंह देशमुख परिवार ने रंग रह के तुर्की बाणी आए जिसकी भगवत साहब अपने ग्रह प्रोग्राम हिस्सा सभी भूपै पुरोग तो उपरांत सतगुरु आगे जिसकी स्थान दीवान सजे सज्जी दीवान के संगतां ने आगे है अजूरी हाजियां भरिया सतगुरु कीर्तन होया उस तो उपरांत माता जी सुराजी भेंट की गई है शब्द बहुत किए गए हैं। सतगुरु जी 6 पौड़ियों 900 के पाठ बड़े सुने गए बड़ी सुनी बाणी सोच के अपने खजाने प्रवान करने की वार्ता कर सतगुरु जी इस बड़ी सुनी बाणी का फल माता भजन कौर ने बख्शण की कृपालता करनी आदियां ब्यादियां पादियां चक्र का विधान करना खान देने की कृपालता करनी जी। सतगुरु जी पिछले परिवार को चढ़ती गला तंदुरुस्त का दान बख्शण की कृपालता करनी। सतगुरु जी माता जी पासों संसार विचलिया हुआ जाने
अनजाने विच हुईयां गलतियां न चतानियां जैसे बाल पाए सपाए लख अपराध बनावे कर उन्हें छिड़के भगवती बहुत पिता कर लावे पिछले उगल बख्श ले प्रभ जाके मार पावे सब कृपा करो बेटा लो ठान देने की कृपा करो जियो अद्धी गला जोड़ बख्श दी कृपालता करनी सतगुरु की प्रभा सुख शांति रखनी सब पर प्यार बख्शो सेवा सूर्य दत्ता बख्शिया कारों धरतियां बख्शनी कृपालता करनी सतगुरु जियो आइया संगतां दी हर तक प्रदान करनी कृपालता करनी उधर करो सिक्खी सिद्ध भरोसा नाम दियां दातां बख्शिया कारों लेके विजनाओं की कृपालता करनी जियो गुरमुखां दे मेल करोने जिन्हां कोल तेरा नाम किता है सतगुरु जी कृपा करो अनंत बाणी पढ़दियां सेवा करदियां गुजारा करदियां होइयां भुल्लां ना चतावियां के वैसे मत बख्शो सेवा जो बख्श की कृपालता करो उनकी जाग बख्शो गुरमुखां दे मेल कराओ साथ साथ बलिदार भजन मुखा जी सब तक की कृपालता करो सतगुरु अपनी बख्शे दातां विचों सरदार परवीर सिंह कुमार वालों बराबर बच्चे के साथ के हाजिर है कृपा करो भोग लाओ भोग लग्या प्रसाद संगत बरतों की आज्ञा बख्शो जी साधु ने सूझ माफी उदास बेनती है जो बेनती है दर प्रदान करने की कृपालता करो सतगुरु जी कृपा करो निहालता दा हुक्म अक्सर संतन प्रताप करो जी सिख पाते सुनते सुबत लाहे फल नानक नाम जपी करो तेरे नाम वाहेगुरु जी का खालसा वाहेगुरु जी की फतेह ज्ञान भई अकाल सब सिखन को हुक्म है गुरु ग्रंथ जी मानियो जो प्रभु गोविंद को चाहे राज करेगा खालसा पार हमेशा मिलेंगे वाहिगुरु नाम जहाज है जो शरदा कर सेव दे जो शरदा कर सेवक सतगुर पार उतारन बोले सो निहाल श्री अकाल वाहिगुरु जी का करता पुरख निभावन है अकाल है भी सच नानक होसी भी सच एक ओंकार सतनाम करता पुरख निभाव निर्वैर अकाल मूर्त अजूनी सहबन गुरु प्रसाद जप आद सच जुगाद सच है भी सच नानक हसी भी सच कहो टल गुरु से जन्म मरण दुख जाए होवे सिद्ध समझी लोरे अरसों कुरसों चटिया तुद डठा सच्चे पातशाह मल जन्म जन्म दी कटिया सज्जन सच्चा पातशाह सिर शाह दी शाह जिस पास बैठे सोईया सबना दा बेसाह सतनाम वाहिगुरु साहिब जीओ बिलावल महला पंजवा तू समर्था कारण करण ताकन ताक गोविंद गुर मेरे मोहे अपराधी सारण चरण तुम समर्था कारण करना ताकन ताक गोविंद गुर मेरे
मोहे अपराधी शरण चरण रहा। जो जो कीनो सो तुम जानियो, पेख्यो ठोर नहीं काच ढीठ मकरन। बड़ प्रताप सुनियो प्रभ तुमरो, कोड अगा तेरो नाम हरन। हमरो सुहाओ सदा सद भूलन, तुमरो बिरद पतत उदरन। करुणा में कृपाल कृपा निध, जीवन पद नानक हर दर्शन। हमरो सुहाओ सदा सद भूलन, तुमरो बिरद पतत उदरन। करुणा में कृपाल कृपा निध, जीवन पद नानक हर दर्शन। वाहेगुरु जी का खालसा, वाहेगुरु जी की फतेह। गुरु ਸਾਹਿਬ शासन की थे सवाल समाप्त की समाप्ति है जी। और गुरु की ढीक वरतनी है, उस तो उपरंत लंगर तैयार है जी। सोई संगतां ने लंगर छक के जान की कृपालता करनी है जी। पहले दीप प्रसाद लेना है, फिर लंगर छकना है जी। वाहेगुरु जी का खालसा, वाहेगुरु जी की फतेह। बेनती है जी भाई दरबार वालों संत अवतार चंद सिंह जी रविदासपुर अपने सत्कार होना है। रविदासपुर वाले ने अपना भेजा जी, उधर एक सेवक रतपाल सिंह के वास्ते सत्कार लैके सिरोपा लैके आए। रतपाल सिंह भेज कर रतपाल सिंह बेनती है कि संतां दा सत्कार है उस भाई होंदे ने जिन्हें इन्हां वास्ते सिरोपा लैके आए हैं। आओ जी भाई साहब। बोले सोनिहार, बोले सोनिहार। ऐसा जी तुसी संत बाबा जी का भी सरੋਪਾ लैके जाओ जी। पहले बेनती की है, कृपा करो, मेहर करो, दर्श करो, सरੋਪਾ लैन की कृपालता करो जी। बोले सोनिहाल, सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु।